ਸਾਰੇ ਉਜੜੇ ਦੇਸ਼ ਪੰਜਾਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰ ਦਾ ਏ। ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਕੁਝ ਦਿਨ ਪਹਿਲੇ ਕਸੂਰ ਵਿੱਚ ਹੋਣ ਵਾਲੇ ਵਾक़ੇ ਨੇ ਨਾ ਸਿਰਫ ਪਾਕਿਸਤਾਨ ਬਲਕਿ ਦੁਨੀਆ ਭਰ ਦੇ ਇਨਸਾਨਾਂ ਨੂੰ ਦੁਖੀ ਕਰ ਦਿੱਤਾ ਹੈ। ਆਖਿਰ ਕੀ ਵਜ੍ਹਾ ਹੈ ਕਿ ਬੁੱਲੇ ਸ਼ਾਹ ਤੇ ਮੈਡਮ ਨੂਰ ਜਹਾਨ ਦੇ ਸ਼ਹਿਰ ਦੀ ਸ਼ਨਾਖਤ ਬਦਲਦੀ ਜਾ ਰਹੀ ਹੈ। ਅੱਜ ਅਸੀਂ ਕਸੂਰ ਦੇ ਇਲਮੀ ਪਿਛੋਕੜ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਸ਼ਖਸੀਅਤ ਮੌਜੂਦ ਹੈ, ਉਹਨਾਂ ਦੀਆਂ ਹੁਣ ਤੱਕ ਦਰਜਨਾਂ ਦੇ ਹਿਸਾਬ ਨਾਲ ਕਿਤਾਬਾਂ ਛਪ ਚੁੱਕੀਆਂ ਨੇ। ਉਹਨਾਂ ਦਾ ਵੀ ਤਾਲੁਕ ਕਸੂਰ ਤੋਂ ਹੈ। ਉਹ ਅੱਜ ਕੱਲ੍ਹ ਕਸੂਰ ਵਿੱਚ ਹੀ ਪੰਜਾਬੀ ਖੋਜਗੜ੍ਹ ਦੇ ਨਾਮ ਤੋਂ ਅਦਾਰਾ ਵੀ ਚਲਾ ਰਹੇ ਨੇ। ਅਸੀਂ ਉਹਨਾਂ ਦੇ ਨਾਲ ਅੱਜ ਇਸ ਹਵਾਲੇ ਨਾਲ ਗੱਲਬਾਤ ਕਰਾਂਗੇ। ਜਨਾਬ ਇਕਬਾਲ ਕੈਸਰ ਸਾਹਿਬ, ਜੀਆਂ ਨੂੰ ਬਹੁਤ ਸ਼ੁਕਰੀਆ ਬਾਬਾ ਜੀ, ਤੁਸੀਂ ਤਸ਼ਰੀਫ ਲਿਆਏ। ਅੱਛਾ, ਜੋ ਕਸੂਰ ਦੀ ਜੋ ਸ਼ਨਾਖਤ ਹੈਗੀ ਸੀ ਪਹਿਲੇ, ਉਹ ਅੱਜ ਕਿਉਂ ਬਦਲਦੀ ਜਾ ਰਹੀ ਹੈ? ਦੇਖੋ, ਇਹਦੇ 'ਚ ਜਿਸ ਤਰ੍ਹਾਂ ਕਿ ਤੁਸੀਂ ਸੈਯਦ ਵਾਰਿਸ ਸ਼ਾਹ ਸਾਹਿਬ ਦਾ ਸ਼ੇਰ ਹੀਰ ਵਾਰਿਸ ਸ਼ਾਹ ਦੇ ਵਿੱਚੋਂ ਪੜ੍ਹਿਆ ਕਿ ਸਾਰੇ ਉਜੜੇ ਦੇਸ਼ ਪੰਜਾਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰ ਦਾ। ਇਹ ਜਿਸ ਜ਼ਮਾਨੇ ਦੀ ਗੱਲ ਕਰ ਰਹੇ ਨੇ, ਇਹ ਉਹ ਜ਼ਮਾਨਾ ਸੀ ਜਦੋਂ ਕਤਲੋ ਗਾਰਤ ਹੋ ਰਹੀ ਸੀ, ਅਫਗਾਨ ਹਮਲਾਵਰ ਆ ਰਹੇ ਸਨ ਔਰ ਉਹਨਾਂ ਨੇ ਸਾਰੇ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਦੌਰ ਹੈ, ਉਹ ਇੱਥੇ ਇੱਕ ਬਹੁਤ ਹੀ ਖੌਫਨਾਕ ਦੌਰ ਗੁਜ਼ਰਿਆ ਇਸ ਸ਼ਹਿਰ ਦੇ ਉੱਤੇ। ਲੇਕਿਨ ਜਦੋਂ ਅਸੀਂ ਇਹਦੇ ਤਾਰੀਖੀ ਪਿਛੋਕੜ 'ਚ ਜਾਂਦੇ ਹਾਂ, ਵੇਖਦੇ ਹਾਂ, ਪਹਿਲੇ ਤਾਂ ਸਾਨੂੰ ਇਹਦਾ ਥੋੜ੍ਹਾ ਜਿਹਾ ਤਾਰੀਖੀ ਪਿਛੋਕੜ ਇਸ ਸਵਾਲ ਨਾਲ ਕਿ ਇਲਮੀ ਅਦਬੀ ਸ਼ਹਿਰ ਕਿਵੇਂ ਸੀ। ਦੇਖੋ, ਇੱਕ ਉਹ ਜ਼ਮਾਨਾ ਸੀ ਜਦੋਂ ਇਸ ਸ਼ਹਿਰ ਦੇ ਅੰਦਰ ਲੋਕ ਦੂਰੋਂ ਮਦਰਸਿਆਂ 'ਚ ਪੜ੍ਹਨ ਵਾਸਤੇ ਆਉਂਦੇ ਸਨ ਔਰ ਉੱਥੇ ਬਹੁਤ ਨਾਮਵਰ ਆਲਮ ਮੌਜੂਦ ਸਨ। ਦਿੱਲੀ ਤੋਂ ਬਾਅਦ ਲਾਹੌਰ, ਕਸੂਰ ਔਰ ਫਿਰ ਮੁਲਤਾਨ, ਇਹ ਤਿੰਨ ਵੱਡੇ ਮਰਕਜ਼ ਸਨ ਜਿੱਥੇ ਲੋਕ ਜਿਹੜੇ ਨੇ ਉਹ ਇਲਮ ਹਾਸਲ ਕਰਨ ਆਉਂਦੇ ਸਨ। ਇੱਥੋਂ ਇਲਮ ਹਾਸਲ ਕਰਨ ਵਾਲਿਆਂ ਵਿੱਚ ਦੋ ਬਹੁਤ ਨਾਮਵਰ ਸ਼ਖਸੀਅਤਾਂ ਪੰਜਾਬੀ ਅਦਬ ਦੇ ਵਿੱਚ ਹੋਈਆਂ, ਜਿਨ੍ਹਾਂ 'ਚ ਇੱਕ ਸੈਯਦ ਵਾਰਿਸ ਸ਼ਾਹ ਜਿਨ੍ਹਾਂ ਨੇ ਹੀਰ ਤਖਲੀਕ ਕੀਤੀ ਔਰ ਦੂਸਰੇ ਬਾਬਾ ਬੁੱਲੇ ਸ਼ਾਹ। ਬੁੱਲੇ ਸ਼ਾਹ ਅੱਜ ਪੂਰੀ ਦੁਨੀਆ ਦੇ ਅੰਦਰ ਜਿਸ ਤਰੀਕੇ ਦੇ ਨਾਲ ਜਾਣੇ ਜਾਂਦੇ ਨੇ ਕਿ ਉਹਨਾਂ ਨੇ ਹਰ ਉਸ ਆਮਰ ਔਰ ਜਾਬਰ ਦਾ ਮੁਕਾਬਲਾ ਕੀਤਾ ਆਪਣੇ ਸ਼ੇਰ ਰਾਹੀਂ, ਆਪਣੀ ਕਲਮ ਰਾਹੀਂ, ਆਪਣੀ ਸੋਚ ਰਾਹੀਂ। ਔਰ ਫਿਰ ਉਸ ਤੋਂ ਬਾਅਦ ਅਗਲੀ ਸ਼ਨਾਖਤ ਇਸ ਸ਼ਹਿਰ ਦੀ ਜਿਹੜੀ ਬਣਦੀ ਹੈ ਉਹ ਹੈ ਸੰਗੀਤ ਘਰਾਣੇ ਤੋਂ। ਸੰਗੀਤ ਗਾਇਆ ਜਾਂਦਾ ਹੈ, ਗਾਣ ਵਾਲੀਆਂ ਚੀਜ਼ਾਂ, ਔਰ ਇਸ ਸ਼ਹਿਰ ਨੇ ਇੰਨੇ ਵੱਡੇ ਲੋਕ ਪੈਦਾ ਕੀਤੇ ਕਿ ਜਿਨ੍ਹਾਂ ਦਾ ਨਾਮ ਲੈਂਦਾ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਹੈ। ਮਸਲ ਮੈਡਮ ਨੂਰ ਜਹਾਨ ਦਾ ਤੁਸੀਂ ਜ਼ਿਕਰ ਕੀਤਾ ਜੀ, ਛੋਟੇ ਗੁਲਾਮ ਅਲੀ ਖਾਂ, ਵੱਡੇ ਗੁਲਾਮ ਅਲੀ ਖਾਂ, ਫਿਰ ਇਸ ਘਰਾਣੇ ਦੇ ਸ਼ਾਗਿਰਦਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਫਿਰ ਤੁਸੀਂ ਦੇਖੋ ਮੁਹੰਮਦ ਰਫੀ ਸਾਹਿਬ, ਉਹ ਵੀ ਇਸੇ ਘਰਾਣੇ ਦੇ ਸ਼ਾਗਿਰਦ। ਔਰ ਅੱਜ ਤੱਕ ਜਿਹੜਾ ਇੱਕ ਲੰਮੀ ਲੜੀ ਹੈ ਜਿਹੜੇ ਲੋਕ ਜਿਹੜੇ ਨੇ ਇਹਦੇ ਨਾਲ ਜੁੜੇ ਹੋਏ ਨੇ ਇਸ ਘਰ ਦੇ ਨਾਲ। ਬੁਸ਼ਰਾ ਸਾਦਕ ਗਾ ਰਹੀ ਹੈ ਅੱਜ ਕੱਲ੍ਹ, ਅਫਸ਼ਾ ਗਾ ਰਹੀ ਹੈ, ਉਹਨਾਂ ਦਾ ਤਾਲੁਕ ਵੀ ਕਸੂਰ ਨਾਲ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਇੰਨਾ ਲੰਮਾ ਪਿਛੋਕੜ ਰੱਖਣ ਵਾਲਾ ਸ਼ਹਿਰ ਇੰਨਾ ਜ਼ਿਆਦਾ ਇਲਮੀ ਅਦਬੀ ਔਰ ਸੰਗੀਤ ਦੇ ਨਾਲ ਜੁੜਿਆ ਹੋਇਆ, ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਪੈਦਾ ਹੋ ਗਈਆਂ? ਇਹਨੂੰ ਸਾਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਪਏਗਾ ਕਿ ਸ਼ਹਿਰ ਜਿਹੜਾ ਹੈ ਇਹ ਪਹਿਲੇ ਠੀਕ ਇੱਥੇ ਆਬਾਦ ਸੀ, ਲੇਕਿਨ ਇਸ ਸ਼ਹਿਰ ਦੀ ਨਵੀਂ ਨੁਹਾਰ ਜਿਹੜੀ ਹੈ ਇਹ ਅਕਬਰ ਦੇ ਜ਼ਮਾਨੇ 'ਚ ਹੋਈ, ਜਦੋਂ ਅਬੁਲ ਫਜ਼ਲ ਨੇ ਇੱਥੇ ਅਫਗਾਨ ਜਿਹੜੇ ਉਹਨਾਂ ਦੇ ਬਾਗੀ ਜਾਂ ਜਿਨ੍ਹਾਂ 'ਤੇ ਸ਼ੱਕ ਕੀਤਾ ਜਾ ਰਿਹਾ ਸੀ, ਉਹਨਾਂ ਜਰਨੈਲਾਂ ਨੂੰ ਲਿਆ ਕੇ ਇੱਥੇ ਵਸਾਇਆ। ਇਹੀ ਵਜ੍ਹਾ ਹੈਗੀ ਹੈ ਕਿ ਕਸੂਰ ਸ਼ਹਿਰ ਦੇ ਨਾਲ ਇੱਕ ਜ਼ਿਲ੍ਹੇ ਦੇ ਅੰਦਰ ਦੋ ਛਾਉਣੀਆਂ ਨੇ, ਫੌਜੀ ਛਾਉਣੀਆਂ, ਔਰ ਦੋਨੋਂ ਮੁਗਲ ਪੀਰੀਅਡ ਦੀਆਂ ਨੇ। ਇੱਕ ਚੂੜੀਆਂ ਦੇ ਵਿੱਚ ਔਰ ਦੂਸਰੀ ਛੋਟੀ ਛਾਉਣੀ ਜਿਹੜੀ ਹੈ ਉਹ ਕਸੂਰ ਸਿਟੀ ਦੇ ਅੰਦਰ ਹੈ। ਦੋਨੋਂ ਸ਼ਹਿਰਾਂ ਦੇ ਅੰਦਰ ਨਜ਼ਦੀਕ ਮਸਲਨ ਪੱਤੋਕੀ ਦੇ ਵਿੱਚ ਕਸੂਰ ਜ਼ਿਲ੍ਹਾ ਹੈਗਾ ਕਿ ਪੱਤੋਕੀ ਦੇ ਅੰਦਰ ਇੱਕ ਜਿਹੜਾ ਸੀ ਉਹ ਚਕਲਾ ਮੌਜੂਦ ਸੀ। ਇਸੇ ਤਰ੍ਹਾਂ ਉਹ ਚੂੜੀਆਂ ਦੇ ਨਜ਼ਦੀਕ ਹੈਗਾ। ਇਸ ਤਰ੍ਹਾਂ ਕਸੂਰ ਸ਼ਹਿਰ ਦੇ ਅੰਦਰ ਕੋਟ ਮੁਰਾਦ ਖਾਂ, ਗਾਣ ਵਜਾਉਣ ਵਾਲੇ ਔਰ ਬਾਕੀ ਜਿਸ ਫਰੋਸ਼ੀ ਦਾ ਕੰਮ ਕਰਨ ਵਾਲੇ ਵੀ ਉੱਥੇ ਮੌਜੂਦ ਸਨ। ਇਹਦਾ ਤਾਲੁਕ ਹੈ ਹੁਕਮਰਾਨਾਂ ਦੇ ਨਾਲ। ਉਹ ਹੁਕਮਰਾਨ ਜਿਹੜੇ ਉਸ ਵਕਤ ਨਵਾਬ ਸਨ, ਜਿਹੜੇ ਉਸ ਵਕਤ ਉਹ ਜਿਹੜੀ ਫੌਜ ਸੀ ਮੁਗਲਾਂ ਦੀ ਉਹਨੂੰ ਕੰਟਰੋਲ ਕਰਦੇ ਸਨ ਔਰ ਉਹਨਾਂ ਫੌਜੀਆਂ ਵਾਸਤੇ ਹਰ ਤਰ੍ਹਾਂ ਦੇ ਇੰਤਜ਼ਾਮਾਤ ਇੱਥੇ ਮੌਜੂਦ ਸਨ। ਇਹ ਗੱਲ ਆਪਣੀ ਜਗ੍ਹਾ 'ਤੇ ਪੱਕੀ ਹੈ ਕਿ ਇਨਸਾਨ ਦੇ ਜਿਹੜੀਆਂ ਉਹਦੇ ਜਬਿਲਤ ਹੈ ਉਹ ਪੈਨੇਟ੍ਰੇਟ ਕਰਦੀ ਹੈ ਇੱਕ ਤੋਂ ਬਾਅਦ ਦੂਜੇ ਦੇ ਵਿੱਚ, ਨਸਲ ਦਰ ਨਸਲ ਤਬਦੀਲ ਹੁੰਦੀ ਚਲਦੀ ਜਾਂਦੀ ਹੈ। ਔਰ ਉਹ ਜਿਹੜਾ ਚੱਲਣਾ ਹੈਗਾ, ਹੁਣ ਦੇਖੋ ਕਿ ਉਹ ਫੌਜੀ ਜੋ ਮੁਗਲ ਪੀਰੀਅਡ ਦੇ ਵਿੱਚ
ਫੌਜ ਦੇ ਮੁਲਾਜ਼ਮ ਸਨ, ਉਹਨਾਂ ਨੇ ਸ਼ਹਿਰ ਵਸਾਇਆ, ਇੱਥੇ ਆ ਕੇ ਵਸੇ। ਉਹਦੇ ਨਾਲ ਉਹਨਾਂ ਦੇ ਉਹ तमाम ਲਵਾਜ਼ਮਾਤ ਜਿਹੜੇ ਉਹਨਾਂ ਦੇ ਜਿਸਮਾਨੀ, ਜ਼ਹਿਨੀ ਔਰ ਰੂਹਾਨੀ ਜਿਹੜੀਆਂ ਸਨ ਉਹ ਜ਼ਰੂਰਤਾਂ ਪੂਰੀਆਂ ਕਰਦੇ ਨੂੰ ਮੌਜੂਦ ਸਨ। ਲੇਕਿਨ ਜਦੋਂ ਸਾਰਾ ਕੁਝ ਬ੍ਰੇਕ ਹੋਇਆ, ਟੁੱਟਿਆ, ਤੇ ਉਸ ਤੋਂ ਬਾਅਦ ਫਿਰ ਇਹ ਸ਼ਹਿਰ ਜਿਹੜਾ ਸੀ, ਇਹ ਸ਼ਹਿਰ ਕੀ ਬਾਕੀ ਕੋਈ ਵੀ ਸ਼ਹਿਰ ਹੋਵੇ ਉਹ ਫਿਰ ਟੁੱਟ ਜਾਂਦਾ ਹੈ ਔਰ ਉਹਦੇ 'ਚ ਨਫਸਿਆਤੀ ਮਸਾਇਲ ਪੈਦਾ ਹੁੰਦੇ ਨੇ। ਔਰ ਉਹ ਨਫਸਿਆਤੀ ਮਸਾਇਲ ਕੋਈ ਇੱਕ ਦਿਨ 'ਚ ਨਹੀਂ ਪੈਦਾ ਹੋ ਜਾਂਦੇ, ਉਹਨਾਂ ਦਾ ਸਦੀਆਂ ਲੱਗਦੀਆਂ ਨੇ ਉਹਨਾਂ ਨੂੰ ਤਬਦੀਲ ਹੋਣ ਦੇ ਵਿੱਚ। ਮਿਸਾਲ ਦੇ ਤੌਰ ਤੇ ਇੱਥੇ ਜਿਹੜਾ ਚੌਕ ਹੈ ਉਹਦੇ ਉੱਤੇ ਕਸੂਰ ਸ਼ਹਿਰ ਦੇ ਅੰਦਰ ਚੌਕ ਹੈਗਾ ਹੈ। ਤੁਸੀਂ ਜਦੋਂ ਨਿਕਲਦੇ ਹੋ ਨਵੇਂ ਬਾਜ਼ਾਰ ਤੱਕ ਆਉਂਦੇ ਹੋ, ਸਟੇਸ਼ਨ ਤੋਂ ਲੈ ਕੇ ਦਰਮਿਆਨ 'ਚ ਇੱਕ ਚੌਕ ਆਉਂਦਾ ਹੈ। ਉੱਥੇ ਰਾਤ ਨੂੰ ਜਿਹੜੀ ਮੰਡਲੀ ਜੁੜਦੀ ਹੈ ਉਹ ਇੱਕ ਵੱਡੀ ਮੰਡਲੀ ਹੈ ਜਿਹੜੀ ਕਿ ਖੁਸਰਿਆਂ ਦੀ ਔਰ ਜਣਖਿਆਂ ਦੀ ਹੈ, ਜ਼ਨਾਨਿਆਂ ਦੀ ਹੈਗੀ। ਔਰ ਉਹ ਜਿਹੜੇ ਨੇ ਉਹਨਾਂ ਦੇ ਉੱਥੇ ਇੰਨੇ ਵੱਡੀ ਤਾਦਾਦ 'ਚ ਨੇ ਕਿ ਉਹਨਾਂ ਦਾ ਉੱਥੇ ਹੋਣਾ, ਉਹਦੇ ਪਿੱਛੇ ਵੀ ਇੱਕ ਤਾਰੀਖ ਹੈ। ਉੱਥੇ ਉਹਨਾਂ ਦਾ ਹੋਣਾ ਇਸ ਵਾਸਤੇ ਹੈਗਾ ਹੈ ਕਿ ਜਿਹੜੇ ਨਵਾਬ ਸਨ ਇੱਥੋਂ ਦੇ, ਜਿਹੜੇ ਵਡੇਰੇ ਸਨ, ਜਿਹੜੇ ਹੁਕਮਰਾਨੀ ਕਰ ਰਹੇ ਸੀ, ਜਿਹੜੇ ਬਾਅਦ 'ਚ ਲਾਹੌਰ ਦੇ ਗਵਰਨਰ ਬਣੇ, ਮੁਲਤਾਨ ਦੇ ਗਵਰਨਰ ਬਣੇ, ਜਲੰਧਰ ਦੇ ਗਵਰਨਰ ਬਣੇ, ਉਹਨਾਂ ਨੇ ਆਪਣੇ ਹਰਮਾਂ ਦੇ ਅੰਦਰ ਉਹਨਾਂ ਨੂੰ ਮੁਲਾਜ਼ਮ ਰੱਖਿਆ ਹੋਇਆ ਸੀ ਔਰ ਉਹ ਉਸ ਜਗ੍ਹਾ 'ਤੇ ਰਹਿੰਦੇ ਸਨ। ਉਹਨਾਂ ਦਾ ਫਿਰ ਅੱਗੇ ਜਿਹੜਾ ਇੱਕ ਸਿਲਸਿਲਾ ਚੱਲਦਾ ਹੈ। ਤੁਸੀਂ ਜੇ ਤੁਹਾਨੂੰ ਯਾਦ ਹੋਏਗਾ ਕਿ 2015 ਦੇ ਵਿੱਚ ਗਲਬਨ 14 ਜਾਂ 15 ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਸਕੈਂਡਲ ਆਇਆ ਸੀ, ਵੀਡੀਓ ਸਕੈਂਡਲ ਜਿਹੜਾ ਚੱਲਿਆ ਸੀ ਛੋਟੇ। ਹਾਂਜੀ, ਉਹਦੇ 'ਚ ਕੀ ਸੀ? ਉਹਦੇ 'ਚ ਜਿਨਸੀ ਸਕੈਂਡਲ ਜਿਹੜਾ ਸੀ ਉਹ ਮਰਦਾਂ ਦਾ ਸੀ। ਠੀਕ ਹੈ ਜੀ ਜੀ। ਔਰ ਉਹਦਾ ਜਿਹੜਾ ਅਗਰ ਅਸੀਂ ਤਾਰੀਖੀ ਤੌਰ ਤੇ ਦੱਸਾਂਗੇ, ਜੇ ਜੋੜਨੇ ਆ, ਜਦੋਂ ਅਸੀਂ ਪਿੱਛੇ ਜਾਂਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਆਪਸ 'ਚ ਨਜ਼ਰ ਆਉਂਦੀਆਂ ਨੇ। ਔਰ ਉਹਨਾਂ ਦੇ ਜਿਹੜਾ ਹੁਸੈਨ ਖਾਂ ਵਾਲਾ ਇੱਕ ਪਿੰਡ ਪਠਾਣਾ ਦਾ ਵਸਾਇਆ ਹੋਇਆ ਪਿੰਡ ਹੈ। ਮੈਂ ਇਹ ਕਿਸੇ ਕਮਿਊਨਿਟੀ ਉੱਤੇ ਮੈਂ ਇਲਜ਼ਾਮ ਨਹੀਂ ਲਾ ਰਿਹਾ ਹੈਗਾ, ਮੈਂ ਉਸ ਸੋਚ ਦੀ ਗੱਲ ਕਰ ਰਿਹਾ। ਉਹ ਸੋਚ ਜਿਹੜੀ ਕਿ ਇਹਦੇ 'ਚ ਬਣੀ ਔਰ ਇਹਦਾ ਬੈਕਗਰਾਉਂਡ ਸਾਰੀ ਦੀ ਸਾਰੀ ਜਿਹੜੀ ਹੈ ਇਹ ਉਸ ਫੌਜ ਦੇ, ਜਿਹੜੀ ਕਿ ਮੁਗਲਾਂ ਦੀ ਫੌਜ ਸੀ, ਉਹਦਾ ਸਿਪਾਹੀਆਂ ਦੇ, ਉਹਦੇ 'ਚ ਅੱਗੇ ਚੱਲਦਿਆਂ ਹੋਇਆ ਉਹਨਾਂ ਦੀ ਸੋਚ ਫਿਕਰ ਜਿਹੜੀ ਹੈ ਉਹ ਕਿੱਥੇ ਖਲੋਤੀ ਜਾ ਕੇ ਉਹ ਅੱਜ ਤੁਹਾਡੇ ਸਾਹਮਣੇ ਹੈਗੀ ਹੈ। ਔਰ ਉਹਦੀ ਵਜ੍ਹਾ ਪਾਬੰਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਕਿ ਲਾਈਆਂ ਗਈਆਂ। ਅੱਛਾ, ਉਹੀ ਯਾਨੀ ਕਿ ਸਕੈਂਡਲ ਜਿਹੜੇ ਉਹ ਸਾਹਮਣੇ ਆ ਰਹੇ ਨੇ, ਸਭ ਤੋਂ ਜ਼ਿਆਦਾ ਜਿਹੜਾ ਉਹ ਕਸੂਰ ਦਾ ਹੀ ਹਵਾਲਾ ਦਿੱਤਾ ਹੈ। ਜਿਸ ਤਰ੍ਹਾਂ ਕਿ ਹੁਣ ਵੀ ਕੁਝ ਬਾਲੜੀਆਂ ਨੂੰ ਜਿਹੜਾ 12 ਦੇ ਕਰੀਬ ਜਿਹੜਾ ਨਿਸ਼ਾਨਾ ਬਣਾਇਆ ਗਿਆ। ਅੱਛਾ, ਪਹਿਲੇ ਤੇ ਨਹੀਂ ਸੀ ਇਸ ਹਵਾਲੇ ਨਾਲ ਆਵਾਜ਼ ਚੁੱਕੀ ਗਈਆਂ? 2 ਸਾਲ ਪਹਿਲੇ ਜਿਹੜਾ ਤੁਸੀਂ ਸਕੈਂਡਲ ਦਾ ਜ਼ਿਕਰ ਕੀਤਾ, ਉਦੋਂ ਇਸ ਤਰ੍ਹਾਂ ਭਰਪੂਰ ਤਰੀਕੇ ਨਾਲ ਆਵਾਜ਼ ਮੇਰਾ ਖਿਆਲ ਚੁੱਕੀ ਜਾਂਦੀ ਤੇ ਕੋਈ ਆਪਾ ਹੁੰਦਾ, ਲੇਕਿਨ ਇਸ ਤਰ੍ਹਾਂ ਜਿਹੜਾ ਉਹ ਸਾਹਮਣੇ ਆਣਾ, ਇਹਦੀ ਕੀ ਵਜ੍ਹਾ ਹੈ? ਜੀ ਦੇਖੋ, ਗੱਲ ਫਿਰ ਉਹੀ ਆ ਜਾਂਦੀ ਹੈ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਕਿ ਕਸਰ ਨਾਮ ਕਸੂਰ ਹੈ, ਇੱਥੇ ਮੂੰਹੋਂ ਨਾ ਸਕਣ ਬੋਲ, ਇੱਥੇ ਸੱਚੇ ਗਰਦਨ ਮਾਰੀਏ, ਇੱਥੇ ਝੂਠੇ ਕਰਨ ਕਲੋਲ। ਵਾਹ ਵਾਹ ਵਾਹ। ਜਦੋਂ ਸੱਚਾ ਬੰਦਾ ਜਿਹੜਾ ਹੈ ਉਦੋਂ ਤੁਸੀਂ ਉਹਦੀ ਗਰਦਨ ਕੱਟਣ ਤੱਕ ਆ ਜਾਓਗੇ, ਉਹਨੂੰ ਮਾਰਨ ਤੱਕ ਆ ਜਾਓਗੇ, ਤੇ ਫਿਰ ਕੀ ਹੋਏਗਾ? ਕਿਹੜੀ ਜ਼ਬਾਨ ਖੁੱਲੇਗੀ? ਜਿਹੜਾ ਉਹ ਸਕੈਂਡਲ ਆਇਆ, ਹੁਸੈਨ ਖਾਂ ਵਾਲਾ ਸਕੈਂਡਲ ਜਿਹੜਾ ਸੀ, ਉਸ ਸਕੈਂਡਲ ਦੇ ਅੰਦਰ ਵੀ ਲੋਕਾਂ ਨੇ ਆਵਾਜ਼ ਚੁੱਕੀ, ਲੋਕ ਸੜਕਾਂ 'ਤੇ ਆਏ, ਮਾਰ ਵੀ ਖਾਧੀ, ਉਹਨਾਂ 'ਤੇ ਪੁਲਿਸ ਨੇ ਡੰਡੇ ਵੀ ਵਰਸਾਏ ਤੇ ਉਸ ਵੇਲੇ ਉਹਦੇ 'ਤੇ ਕਾਬੂ ਵੀ ਪਾ ਲਿਆ ਗਿਆ ਕਿ ਨਹੀਂ, ਇਹਨੂੰ ਛੁਪਾਓ। ਉਸ ਵਕਤ ਵੀ ਡੀਪੀਓ ਜਿਹੜਾ ਸੀ ਤਬਦੀਲ ਕੀਤਾ ਗਿਆ, ਨਵਾਂ ਡੀਪੀਓ ਆਇਆ, ਨਵਾਂ ਸਾਰਾ ਇੰਤਜ਼ਾਮ ਹੋਇਆ। ਲੇਕਿਨ ਉਹ ਜਿਹੜਾ ਕੇਸ ਸੀ ਉਹਦੇ ਪਿੱਛੇ ਬਹੁਤ ਸਾਰੀ ਇੱਕ ਸਿਆਸੀ ਲਾਈਨ ਹੈਗੀ। ਇੱਕ ਐਮਪੀਏ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈਗਾ, ਬਿਲਕੁਲ, ਕਿ ਉਹ ਜਿਹੜੇ ਅਸੀਂ ਇਹ ਜਿਹੜੀਆਂ ਦੰਗੀਆਂ ਫਿਲਮਾਂ ਸਨ ਇਹਨਾਂ ਨੂੰ ਕਿਤੇ ਬਾਹਰ ਵੇਚਦਾ ਸੀ ਜਾਂ ਜੋ ਕੁਝ ਵੀ ਹੈ ਸੀ। ਫਿਰ ਉਹ ਅਦਾਲਤ ਤੱਕ ਵੀ ਪਹੁੰਚਿਆ ਸਾਰਾ ਸਿਲਸਿਲਾ, ਬੰਦੇ ਗ੍ਰਿਫਤਾਰ ਵੀ ਹੋਏ, ਲੇਕਿਨ ਉੱਥੋਂ ਤੱਕ ਪਹੁੰਚਦੇ ਹੋਇਆ ਉਹਦਾ ਬਣਿਆ ਕੀ? ਇਹ ਆਵਾਮ ਦਾ ਸਵਾਲ ਹੈ ਕਿ ਉਹਦਾ ਕੀ ਬਣਿਆ, ਕਿ ਕਿਸੇ ਨੂੰ ਸਜ਼ਾ ਹੋਈ, ਕਿ ਕੋਈ ਉਹਦੇ 'ਚ ਜਿਹੜੇ ਮੁਲਜ਼ਮ ਸਨ ਜਾਂ ਮੁਜਰਮ ਉਹ ਬਣੇ ਕਿ ਨਾ ਬਣੇ, ਉਹਨਾਂ ਨੂੰ ਛਡਾਉਣ ਵਾਲੇ ਕੌਣ ਸਨ, ਉਹਨਾਂ ਦੇ ਪਿੱਛੇ ਕੌਣ ਲੋਕ ਨੇ ਤੇ ਕੀ ਹੈਗਾ? ਇਸ ਵਾਸਤੇ ਇਹ ਬਹੁਤ ਸਾਰੇ ਸਿਆਸੀ ਜਿਹੜੇ ਅਨਾਸਰ ਨੇ ਉਹਨਾਂ ਦਾ ਵੀ ਕੁਝ ਇਹਦੇ 'ਚ ਹੱਥ ਬਹੁਤ ਵੱਡਾ ਹੈਗਾ ਔਰ ਉਹ ਇਸ ਚੀਜ਼ ਨੂੰ ਦੇਖ ਰਹੇ ਗਏ ਨੇ। ਹੁਣ ਵੀ ਜਿਹੜਾ ਸਕੈਂਡਲ ਬਣਿਆ, ਤੁਸੀਂ ਕਿਹਾ ਕਿ ਜੀ ਬਾਲੜੀਆਂ ਦੇ ਨਾਲ ਜੋ ਕੁਝ ਹੋਇਆ ਔਰ ਇਹ ਸਕੈਂਡਲ ਹੁਣ ਸਾਹਮਣੇ ਨਹੀਂ ਆਇਆ। ਤੁਸੀਂ ਜਿਹੜਾ ਇਸ ਸਾਲ ਦੇ ਸ਼ੁਰੂ ਜਨਵਰੀ ਤੋਂ ਅਖਬਾਰ ਸਾਹਮਣੇ ਰੱਖ ਲਵੋ ਔਰ ਉਹਨਾਂ ਅਖਬਾਰਾਂ ਨੂੰ ਦੇਖਣਾ ਸ਼ੁਰੂ ਕਰ ਦਿਓ, ਤੁਹਾਡੇ ਸਾਹਮਣੇ ਇੱਕ ਚੀਜ਼ ਖੁੱਲ੍ਹ ਕੇ ਸਾਹਮਣੇ ਆਉਂਦੀ ਜਾਏਗੀ ਕਿ ਇੱਕ ਲਾਈਨ ਦੀ ਖਬਰ ਸਿੰਗਲ ਕਾਲਮ ਖਬਰ ਛਪ ਰਹੀ ਹੈਗੀ ਹੈ, 2 ਕਾਲਮ ਖਬਰਾਂ ਛਪ ਰਹੀਆਂ ਹੈਗੀਆਂ ਨੇ,
3 ਕਾਲਮ ਖਬਰਾਂ ਛਪ ਰਹੀਆਂ ਹੈਗੀਆਂ ਨੇ, ਔਰ ਫਿਰ ਉਸ ਤੋਂ ਬਾਅਦ ਆਵਾਮ ਦਾ ਛੋਟਾ ਮੋਟਾ ਇਹਤਜਾਜ, ਸਰਕਾਰੀ ਅਫਸਰਾਂ ਤੱਕ ਪਹੁੰਚਣਾ, ਉਹਨਾਂ ਤੱਕ ਗੱਲ ਕਰਨੀ। ਅਗਰ ਦੇਖੋ ਇਹ ਕੇਸ ਰਜਿਸਟਰਡ ਹੋਏ ਨੇ, ਇਹਨਾਂ ਦੇ ਬੰਦੇ ਕਿਉਂ ਨਹੀਂ ਫੜੇ ਗਏ? ਸਵਾਲ ਤੇ ਹੈ ਨਾ। ਹੁਣ ਦੇਖੋ ਕਿ ਇਸ ਕੇਸ ਦੇ ਅੰਦਰ ਜ਼ੈਨਬ ਵਾਲਾ ਜਿਹੜਾ ਕੇਸ ਹੈ, ਜਦੋਂ ਇੰਨਾ ਰੌਲਾ ਪਿਆ, ਹੁਣ DNA ਟੈਸਟ ਵਗੈਰਾ ਹੋਏ, ਤਾਂ 5 ਜਾਂ 6 ਐਸੇ ਕੇਸ ਨੇ 12 ਕੇਸਾਂ ਦੇ ਵਿੱਚੋਂ ਜਿਹਦੇ 'ਚ ਇੱਕੋ ਬੰਦਾ ਇਨਵੋਲਵ ਹੈ। ਉਹਦਾ DNA ਸਾਹਮਣੇ ਆ ਗਿਆ ਕਿ ਇੱਕ ਬੰਦਾ ਹੈ। ਹੁਣ ਰਾਤੀ ਰਾਣਾ ਸਲਾਉਲਾ ਸਾਹਿਬ ਜਿਹੜਾ ਦੱਸ ਰਿਹਾ ਸਨ ਕਿ ਜੀ ਉਹਦੀ ਏਜ ਜਿਹੜੀ ਹੈ 30 ਤੋਂ ਲੈ ਕੇ 40 ਸਾਲ ਦੇ ਦਰਮਿਆਨ ਦੀ ਹੈ। DNA ਨੇ ਦੱਸਿਆ ਹੈਗਾ। ਸੋ ਇੰਨਾ ਇਸ ਉਮਰ ਦਾ ਬੰਦਾ ਔਰ ਇੰਨੀ ਵੱਡੇ ਘਿਨੌਣੇ ਜੁਰਮ ਦੇ ਵਿੱਚ ਉਹ ਮੌਜੂਦ ਹੈ, ਤੇ ਆਖਰ ਉਹ ਕਿਉਂ? ਔਰ ਉਹ ਫਿਰ ਉਹਦਾ ਏਰੀਆ ਬਹੁਤ ਵੱਡਾ ਨਹੀਂ ਹੈਗਾ, 2 ਕਿਲੋਮੀਟਰ ਦੇ ਏਰੀਆ ਦੇ ਜਿਹੜਾ ਉਹਦੇ ਅੰਦਰ ਹੀ ਹੈ। ਤਾਂ ਕੀ 2 ਕਿਲੋਮੀਟਰ ਦੇ ਅੰਦਰ ਪੁਲਿਸ ਕੀ ਕਰਦੀ ਹੈ? ਸਭ ਤੋਂ ਵੱਡਾ ਸਵਾਲ ਤੇ ਹੈ ਨਾ, ਸਵਾਲ ਤੇ ਪੁਲਿਸ ਦਾ ਕਿੱਥੇ? ਪੁਲਿਸ ਨਜ਼ਰ ਹੀ ਨਹੀਂ ਆਉਂਦੀ। ਕਿਉਂ ਨਹੀਂ? ਹੁਣ ਵੀ ਜਿਹੜਾ ਫਸਾਦ ਹੋਇਆ, ਹੁਣ ਤੁਹਾਡੇ ਸਵਾਲ ਦਾ ਮੈਂ ਆਖਰੀ ਹਿੱਸੇ ਤੇ ਆਉਣਾ ਕਿ ਹੁਣ ਵੀ ਜਿਹੜਾ ਫਸਾਦ ਹੋਇਆ ਜਾਂ ਉੱਥੇ ਸਭ ਕੁਝ ਸ਼ੁਰੂ ਹੋ ਗਿਆ, ਉਸ ਵਕਤ ਪਹਿਲੇ ਲੋਕ ਇਕੱਠੇ ਹੋ ਕੇ DPO ਕੋਲ ਗਏ ਨੇ, ਉਹਨੂੰ ਕਿਹਾ ਕਿ ਉਹਨੇ ਕਿਹਾ ਹਾਂ ਹੋ ਜਾਏਗਾ, ਕੋਈ ਨਹੀਂ, ਤੁਸੀਂ ਦੁਆ ਕਰੋ। ਕੀ ਦੁਆਵਾਂ ਦੇ ਨਾਲ ਇਹੋ ਜਿਹਾ ਮਸਲੇ ਇਸ ਤਰ੍ਹਾਂ ਹੱਲ ਹੁੰਦੇ ਨੇ? ਅਮਲੀ ਤੌਰ ਤੇ ਵੀ ਕਰਨਾ ਪਏਗਾ ਨਾ। ਫਿਰ ਉਹ ਗਏ ਨੇ 4 ਦਿਨ ਲੋਕ ਇਕੱਠੇ ਹੋ ਕੇ DPO ਕੋਲ ਵੀ ਜਾਂਦੇ ਰਹੇ ਨੇ, 4 ਦਿਨ ਲੋਕ ਇਕੱਠੇ ਹੋ ਕੇ ਥਾਣੇ ਵੀ ਜਾਂਦੇ ਰਹੇ ਨੇ, ਔਰ SHO ਸਾਹਿਬ ਵੀ ਇਹੀ ਕਹਿ ਰਹੇ ਨੇ ਬਸ ਦੁਆ ਕਰੋ, ਕੋਈ ਨਹੀਂ, ਅੱਲਾ ਬਿਹਤਰ ਕਰੇਗਾ। ਬਈ ਅੱਲਾ ਉਸ ਕੌਮ ਦੀ ਹਾਲਤ ਨਹੀਂ ਬਦਲਦਾ ਜਿਹੜੀ ਕੌਮ ਆਪਣੀ ਹਾਲਤ ਨਹੀਂ ਬਦਲਣ ਦੀ ਕੋਸ਼ਿਸ਼। ਠੀਕ ਹੈ ਜੀ। ਹੁਣ ਇਹ ਸਾਰਾ ਕੁਝ ਖੌਫਨਾਕ ਹੈ। ਇੱਕ ਸ਼ਹਿਰ ਦੀ ਬਦਨਾਮੀ ਨਹੀਂ, ਪੂਰੇ ਮੁਲਕ ਦੀ ਬਦਨਾਮੀ, ਔਰ ਮੁਲਕ ਵੀ ਉਹ ਜਿਹੜਾ ਕਿ ਇਸਲਾਮ ਦੇ ਨਾਂ ਤੇ ਬਣਿਆ, ਜਿਹੜਾ ਐਸੇ ਮੁਆਸ਼ਰੇ ਦੇ ਵਿੱਚ ਬਣਿਆ ਕਿ ਜਿਹੜੇ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ, ਅਸੀਂ 98% ਸਿੱਖ ਲੈ ਕੇ ਜਿੱਥੇ ਮੁਸਲਮਾਨ ਹੈਗੇ ਆ, ਉੱਥੇ ਇਹ ਸਭ ਕੁਝ ਹੋ ਰਿਹਾ ਹੈਗਾ। ਫਿਰ ਕਿੰਨੇ ਮਜ਼ਹਬ ਤੋਂ ਲੈ ਕੇ ਸਿਆਸਤ ਤੱਕ, ਔਰ ਸਿਆਸਤ ਤੋਂ ਆਵਾਮ ਤੱਕ, ਔਰ ਆਵਾਮ ਤੋਂ ਲਿਟਰੇਚਰ ਤੱਕ, ਸਾਰੇ ਦੇ ਸਾਰੇ ਜਿਹੜੇ ਨੇ ਉਹ ਇੱਕ ਨਿਸ਼ਾਨ ਦੇ ਅੰਦਰ ਆ ਗਏ ਨੇ। ਇੱਕ ਸਵਾਲ ਪੈ ਗਿਆ ਹੈ, ਔਰ ਇਹ ਸਵਾਲ ਜਿਹੜਾ ਹੈ ਇਹਦਾ ਹੱਲ ਕਰਨਾ ਬਹੁਤ ਔਖਾ ਹੈ। ਅੱਛਾ, ਇਸ ਸਵਾਲ ਦਾ ਸਾਰਾ ਜੋ ਵੀ ਪਿਛੋਕੜ ਤੁਸੀਂ ਬੜੀ ਤਫਸੀਲ ਦੇ ਨਾਲ ਬਿਆਨ ਕੀਤਾ, ਜੋ ਵੀ ਇਹ ਸ਼ਹਿਰ ਦੇ ਵਿੱਚ ਹੁੰਦਾ ਰਿਹਾ ਹੁਣ ਤੱਕ, ਜੋ ਵੀ ਅੱਜ ਕੱਲ੍ਹ ਹੋ ਰਿਹਾ, ਇਹ ਸਾਰੇ ਜਿਹੜਾ ਕਿਰਦਾਰ ਹੈ ਉਸ ਦੇ ਵਿੱਚ ਮਾਸ਼ਰੇ ਦਾ ਕੀ ਕਿਰਦਾਰ ਹੋਣਾ ਚਾਹੀਦਾ? ਇਹਨਾਂ ਚੀਜ਼ਾਂ ਦੇ ਪਿੱਛੇ ਜੋ ਕੁਝ ਹੋਇਆ, ਮਾਸ਼ਰੇ ਦਾ ਕੀ? ਮਾਸ਼ਰੇ ਦਾ ਕਿਰਦਾਰ ਜਿਹੜਾ ਹੈ ਉਹ ਸਾਨੂੰ ਹੋਰ ਤਰ੍ਹਾਂ ਦੇਖਣਾ ਪਏਗਾ। ਇਹ ਜਿਹੜਾ ਸ਼ਹਿਰ ਹੈਗਾ ਕਸੂਰ, ਇਹਦੇ ਵਿੱਚ ਜਿਹੜੀਆਂ ਬਰਾਦਰੀਆਂ ਆਬਾਦ ਨੇ, ਉਹਨਾਂ 'ਚ ਪਹਿਲੇ ਨੰਬਰ ਇਹਦੇ ਆਬਾਦ ਕਰਦਾ ਪਠਾਨ ਨੇ, ਅਫਗਾਨ ਨੇ, ਉਹਨਾਂ ਨੇ ਆਬਾਦ ਕੀਤਾ। ਉਹਨਾਂ ਦੇ 12-14 ਕਬੀਲੇ ਨੇ, ਸਦੋਜ਼ਾਈ ਨੇ, ਉਹਦੇ 'ਚ ਅਲੀ ਜ਼ਈ ਨੇ, ਉਹਦੇ 'ਚ ਹੋਰ ਨੇ ਬਹੁਤ ਸਾਰੇ। ਸੋ ਇਹ ਕਬੀਲੇ ਨੇ। ਉਸ ਤੋਂ ਬਾਅਦ ਫਿਰ ਆ ਜਾਂਦਾ ਹੈ ਇੱਥੇ ਅੰਸਾਰੀ ਬਰਾਦਰੀ। ਅੰਸਾਰੀ ਬਰਾਦਰੀ ਇਸ ਵਕਤ ਸਿਆਸੀ ਤੌਰ ਤੇ ਬਹੁਤ ਮਜ਼ਬੂਤ ਬਰਾਦਰੀ ਹੈ। ਕਸੂਰ ਸਿਟੀ ਦਾ MP ਹੈ, ਦੋਨੋਂ MP ਹੈ, ਔਰ MNA ਅੰਸਾਰੀ ਬਰਾਦਰੀ ਚੋਂ ਨੇ। ਉਹਨਾਂ ਦਾ ਹੋਲਡ ਹੈਗਾ ਸਿਆਸੀ ਤੌਰ ਤੇ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੇ ਜ਼ੈਨਬ ਜਿਹੜੀ ਹੈਗੀ ਹੈ, ਇਹ ਵੀ ਉਸੇ ਕਬੀਲੇ ਦੀ ਔਰਤ ਬੱਚੀ ਹੈਗੀ ਹੈ, ਇਹ ਵੀ ਅੰਸਾਰੀ ਨੇ। ਇਹਨਾਂ ਦੇ ਆਪਸ 'ਚ ਰਿਸ਼ਤੇਦਾਰੀਆਂ ਵੀ ਨੇ, ਸਾਰੇ ਮਾਮਲਾਤ ਨੇ। ਇਹ ਠੀਕ ਹੈ ਕਿ ਉਹ ਗਰੀਬ ਨੇ, ਇਹ ਅਮੀਰ ਨੇ। ਫਿਰ ਕੱਪੜੇ ਦਾ ਕਾਰੋਬਾਰ ਇੱਥੇ, ਔਰ ਫਿਰ ਸਾਰੇ ਦਾ ਸਾਰਾ ਜਿਹੜਾ ਤੁਸੀਂ ਜਦੋਂ ਇਹਨੂੰ ਦੇਖਦੇ ਹੋ ਤੇ ਇੱਕ ਉੱਥੇ ਬਹੁਤ ਵੱਡਾ ਬਰਾਦਰੀ ਸਿਸਟਮ ਵੀ ਹੈ। ਉਸ ਬਰਾਦਰੀ ਸਿਸਟਮ ਦੇ ਅੰਦਰ ਇਸ ਤਰੀਕੇ ਦਾ ਹੋਣਾ, ਇਹ ਉਸ ਬਰਾਦਰੀ, ਉਹਨਾਂ ਬਰਾਦਰੀਆਂ ਉੱਤੇ ਵੀ ਬਹੁਤ ਵੱਡਾ ਇੱਕ ਨਿਸ਼ਾਨ ਚੜ੍ਹਦਾ ਹੈ ਕਿ ਆਖਰ ਬਰਾਦਰੀ ਸਿਸਟਮ ਦੇ ਅੰਦਰ ਇਹ ਕਿਉਂ ਤੇ ਕਿਵੇਂ ਹੋਇਆ। ਕਸੂਰ ਦੇ ਅੰਦਰ ਬਾਹਰੋਂ ਆ ਕੇ ਆਬਾਦ ਹੋਏ ਲੋਕਾਂ ਦੀ ਬਹੁਤ ਥੋੜੀ ਗਿਣਤੀ ਹੈ, ਬਹੁਤ ਥੋੜੀ ਗਿਣਤੀ ਹੈ। ਜਿਹੜੇ ਪਿੰਡ ਨੇ ਉਹ ਜ਼ਿਆਦਾਤਰ ਅਰਾਈ ਬਰਾਦਰੀ ਦੇ ਪਿੰਡ ਨੇ। ਜਿਹੜੇ ਸ਼ਹਿਰ ਦੇ ਅੰਦਰ ਨੇ ਉਹਦੇ ਅੰਦਰ ਪਠਾਨ ਨੇ, ਜਾਂ ਪਠਾਨਾਂ ਤੋਂ ਬਾਅਦ ਦੂਸਰੇ ਨੰਬਰ ਤੇ ਆਬਾਦੀ ਜਿਹੜੀ ਹੈਗੀ ਹੈ ਉਹ ਜੁਲਾਇਆਂ ਦੀ ਹੈ, ਪਾਬਲੀਆਂ ਦੀ ਹੈ, ਜਾਂ ਉਹਨਾਂ ਨੂੰ ਤੁਸੀਂ ਅੰਸਾਰੀ ਕਹਿ ਲਓ, ਅੰਸਾਰੀਆਂ ਦੀ ਹੈਗੀ ਹੈ। ਤੀਸਰੇ ਨੰਬਰ ਤੇ ਫਿਰ ਦੂਸਰੇ ਲੋਕ ਆ ਜਾਂਦੇ ਨੇ। ਜਿਹੜੀ ਬਾਹਰੋਂ ਆਈ ਆਬਾਦੀ ਹੈ ਉਹ ਸਿਰਫ ਔਰ ਸਿਰਫ ਉਹ ਲੋਕ ਨੇ ਜਿਹੜੇ 1947 ਦੇ ਵਿੱਚ ਹਿਜਰਤ ਕਰਕੇ ਖੇਮਕਰਨ ਤੋਂ ਜਾਂ ਫਿਰੋਜ਼ਪੁਰ ਤੋਂ ਆ ਕੇ ਆਬਾਦ ਹੋਏ ਨੇ।
ਹੁਣ ਉਹ ਜਿਹੜੇ ਲੋਕ ਇੱਥੇ ਆ ਕੇ ਆਬਾਦ ਹੋਏ ਨੇ, ਜਿਨ੍ਹਾਂ ਨੂੰ 50 ਸਾਲ ਜਾਂ 60 ਸਾਲ ਹੋ ਗਏ ਨੇ, ਇਹ ਵੀ ਉਹ ਲੋਕ ਨੇ ਜਿਨ੍ਹਾਂ ਦੀਆਂ ਪਹਿਲੇ ਤੋਂ ਇੱਥੇ ਰਿਸ਼ਤੇਦਾਰੀਆਂ ਸਨ ਔਰ ਕਰੀਬ 3 ਸ਼ਹਿਰ ਦੇ ਰਹਿਣ ਵਾਲੇ ਸਨ। ਫਿਰੋਜ਼ਪੁਰ ਤੋਂ ਉੱਥੋਂ ਸਾਰਾ 12 ਕਿਲੋਮੀਟਰ ਜਾਂ 13 ਕਿਲੋਮੀਟਰ ਹੈ। ਇਸੇ ਤਰ੍ਹਾਂ ਇੰਨਾ ਹੀ ਜਿਹੜਾ ਸੀ ਉਹ ਖੇਮ ਕਰਨ ਹੈਗਾ, ਔਰ ਇਹਨਾਂ ਦਾ ਆਪਸ 'ਚ ਬਰਾਦਰੀ ਸਿਸਟਮ ਵੀ ਮੌਜੂਦ ਸੀ। ਔਰ ਅਸੀਂ ਜਦੋਂ ਇਹ ਸਾਰਾ ਕੁਝ ਦੇਖਦੇ ਹਾਂ ਤੇ ਫਿਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਜਨਾਬ ਇਹ ਕੋਈ ਬਾਹਰੋਂ ਲੋਕ ਆਏ ਨੇ, ਕੁਝ ਉਹਨਾਂ ਲੋਕਾਂ ਨੇ ਕੀਤਾ ਹੈ ਜਾਂ ਕਿਸੇ ਨੇ ਕੀਤਾ। ਨਹੀਂ, ਇਹੋ ਹੀ ਲੋਕ ਨੇ ਜਿਹੜੇ ਸਦੀਆਂ ਤੋਂ ਇੱਥੇ ਆਬਾਦ ਨੇ, ਜਿਹੜੇ ਸਦੀਆਂ ਤੋਂ ਇੱਥੇ ਰਹਿਣ ਦੇ ਨਾਲ ਨਾਲ ਇੱਕ ਉਹਨਾਂ ਦੇ ਦਰਮਿਆਨ ਇੱਕ ਰਿਸ਼ਤਾ ਵੀ ਹੈ। ਇਹੀ ਸ਼ਹਿਰ ਹੈ ਜਿਹਦੇ ਵਿੱਚ, ਜਿਹਦਾ ਹੀਰ 'ਚ ਵੀ ਜ਼ਿਕਰ ਹੈਗਾ ਹੈ ਕਿ ਨਾਡੂ ਸ਼ਾਹ ਜਿਹੜਾ ਹੈ, ਉਹ ਨਾਡੂ ਸ਼ਾਹ ਦਾ ਜਿਹੜਾ ਜ਼ਿਕਰ ਹੈ ਕਿ ਤੂੰ ਕੌਣ ਹੈ ਵੱਡੇ ਨਾਡੂ ਸ਼ਾਹ ਦਾ ਪੁੱਤਰ ਜਿਹੜਾ ਤੂੰ ਮੈਨੂੰ ਮੇਰੀ ਸਟੇਜ ਤੇ ਆ ਕੇ ਸੌਂ ਗਿਆ ਹੈ। ਸੋ ਨਾਡੂ ਸ਼ਾਹ ਵੀ ਇਸ ਸ਼ਹਿਰ ਦਾ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਮੈਂ ਇਹਨੂੰ ਹੋਰ ਤਰ੍ਹਾਂ ਦੇਖਾਂਗਾ ਤੇ ਉਹ ਇਹ ਕੀ ਹੈ ਕਿ ਅਗਰ ਅਸੀਂ ਇਹਨੂੰ ਤਕਸੀਮ ਕਰਨਾ ਹੈ ਸ਼ਹਿਰ ਨੂੰ ਕੁਝ ਸਿਆਸੀ ਹਵਾਲਿਆਂ ਦੇ ਨਾਲ, ਤੇ ਇੱਥੇ 3 ਕਿਸਮ ਦੀ ਸਿਆਸਤ ਹੈਗੀ ਹੈ। ਇੱਕ ਉਹ ਸਿਆਸਤ ਹੈ ਜਿਹੜੀ ਬਰਾਦਰੀ ਦੀ, ਜਿਹੜੀ ਜ਼ਿਆਉਲ ਹਕ ਜ਼ਮਾਨੇ 'ਚ ਬਣੀ। ਦੂਸਰੀ ਜਿਹੜੀ ਸਿਆਸਤ ਹੈਗੀ ਹੈ ਉਹ ਉਹਨਾਂ ਲੋਕਾਂ ਦੀ ਹੈਗੀ ਹੈ ਜਿਹੜੇ ਉੱਥੇ ਕਬੀਲੇ ਆਬਾਦ ਨੇ, ਪੁਰਾਣੇ ਪਠਾਨ ਜਿਹੜੇ ਨੇ, ਪਠਾਨਾਂ ਦੀ ਸਿਆਸਤ ਆਪਣੀ ਹੈਗੀ ਹੈ। ਦੂਸਰੇ ਜਿਹੜੇ ਨੇ ਅੰਸਾਰੀਆਂ ਦੀ ਆਪਣੀ ਸਿਆਸਤ ਹੈਗੀ ਹੈ ਔਰ ਉਹ ਸਿਆਸਤ 'ਚ ਕਾਮਯਾਬ ਨੇ, ਮਜ਼ਬੂਤ ਨੇ, ਤਗੜੇ ਨੇ। MPA MNA ਬੰਦੇ ਨੇ, ਉਹਨਾਂ 'ਚ ਵੀ ਬੰਦੇ ਰਹੇ ਨੇ, ਠੀਕ ਹੈ ਜੀ। ਲੇਕਿਨ ਇਹ ਜਿਹੜੀ ਗੱਲ ਹੈ ਬੁੱਲੇ ਸ਼ਾਹ ਦਾ ਜ਼ਮਾਨਾ ਔਰ ਬੁੱਲੇ ਸ਼ਾਹ ਤੋਂ ਲੈ ਕੇ ਅੱਜ ਤੱਕ ਦਾ ਜ਼ਮਾਨਾ, ਇਹ ਬਹੁਤ ਖੌਫਨਾਕ ਕੰਮ ਹੋ ਗਿਆ ਹੈ। ਇਹ ਸ਼ਾਇਦ ਇਹ ਉਹੀ ਗੱਲ ਹੈ ਕਿ ਜਿੱਥੇ ਬੁੱਲੇ ਸ਼ਾਹ ਕਹਿੰਦਾ ਹੈ ਕਿ ਇੱਥੇ ਆਪੋ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ, ਮੂੰਹ 12ਵੀਂ ਸਦੀ ਪਸਾਰਿਆ, ਸਾਨੂੰ ਆ ਮੇਰੀ ਯਾਰ ਪਿਆਰਿਆ। ਇਹ ਇੱਕ ਕਹਾ ਹੈ ਜਿਹੜੀ ਬੁੱਲੇ ਸ਼ਾਹ ਨੇ ਉਦੋਂ ਮਾਰੀ ਸੀ ਤੇ ਅੱਜ ਵੀ ਜਿਹੜਾ ਨਾ ਇਹ ਉਹੀ ਸ਼ਹਿਰ ਹੈ ਜਿੱਥੇ ਬੁੱਲੇ ਸ਼ਾਹ ਦਾ ਜਨਾਜ਼ਾ ਨਹੀਂ ਪੜ੍ਹਾਉਣ ਦਿੱਤਾ ਇਹਨਾਂ ਪਠਾਨਾਂ ਨੇ, ਕਸੂਰ ਦੇ ਪਠਾਨਾਂ ਨੇ, ਹੁਕਮਰਾਨਾਂ ਨੇ। ਇਹ ਉਹੀ ਸ਼ਹਿਰ ਹੈਗਾ ਕਿ ਜਿੱਥੋਂ ਜਨਾਬ ਮਰਾਦੀ ਵਰਗੀ ਬੀਬੀ ਨੂੰ ਇੱਥੋਂ ਕੱਢਿਆ ਗਿਆ ਔਰ ਉਹਦੇ ਉੱਤੇ ਸੈਕਸ ਦਾ ਇਲਜ਼ਾਮ ਲਾਇਆ ਗਿਆ ਕਿ ਇਹ ਸ਼ਾਹ ਨਾਇਤ ਕਾਦਰੀ ਦੇ ਨਾਲ ਸੈਕਸ ਦੇ ਵਿੱਚ ਮੁਲਵਸ ਹੈਗੀ। ਇਹ ਕਿਉਂ? ਇਹ ਅੱਜ ਦੀ ਗੱਲ ਨਹੀਂ ਹੈਗੀ, ਇਹ ਇਹਨਾਂ ਹੁਕਮਰਾਨ ਤਬਕਿਆਂ ਦਾ ਸਦੀਆਂ ਤੋਂ ਇਹ ਵਤੀਰਾ ਹੈ। ਸਿਰਫ ਫਰਕ ਇੰਨਾ ਪਿਆ ਹੈ ਕਿ ਹੁਣ ਹੁਕਮਰਾਨ ਤਬਕਿਆਂ ਚੋਂ ਨਿਕਲ ਕੇ ਇਹ ਪਬਲਿਕ ਦੇ ਵਿੱਚ ਆ ਗਈ ਗੱਲ, ਇਹ ਆਵਾਮ ਤੱਕ ਪਹੁੰਚ ਗਈ। ਸੋ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਤਾਰੀਖੀ ਤਨਾਜ਼ਰ 'ਚ ਵੇਖਣਾ ਚਾਹੀਦਾ ਹੈ ਔਰ ਉਸੇ ਤਰ੍ਹਾਂ ਹੀ ਵੇਖ ਕੇ ਇਹਦੇ ਰਿਜ਼ਲਟ ਕੱਢਣੇ ਚਾਹੀਦੇ ਨੇ, ਨਾ ਕਿ ਅਸੀਂ ਇਹ ਕਹੀਏ ਕਿ ਰਾਤੋਂ ਰਾਤ ਕੁਝ ਹੋ ਗਿਆ। ਰਾਤੋਂ ਰਾਤ ਕੁਝ ਨਹੀਂ ਹੋਇਆ। ਯਾਨੀ ਕਿ ਕੋਈ ਵਾਕਿਆ ਨੂੰ ਹੋਣ ਲੱਗਿਆ ਕਈ ਬਹੁਤ ਚਿਰ ਲੱਗਦਾ, ਇੱਕਦਮ ਨਹੀਂ ਕਿਹਾ ਤੁਸੀਂ ਕਿ ਚਲੋ ਜੀ ਜਲਦੀ ਜਲਦੀ ਹੋ ਗਿਆ, ਅਚਾਨਕ ਕੁਝ ਨਹੀਂ ਹੁੰਦਾ। ਸੋ ਇਹ ਇਸ ਵਾਸਤੇ ਸਾਨੂੰ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਇਹਦੇ ਤਾਰੀਖੀ ਪਸ ਮੰਜ਼ਰ 'ਚ ਜਾਈਏ, ਅਸੀਂ ਇਹਦੇ ਤਹਿਜ਼ੀਬੀ ਪਸ ਮੰਜ਼ਰ 'ਚ ਜਾਈਏ, ਅਸੀਂ ਜਿਹੜੀਆਂ ਇੱਥੇ ਸਿਆਸਤਾਂ ਖੇਡੀਆਂ ਗਈਆਂ ਨੇ ਉਹਨਾਂ 'ਚ ਦੇਖੀਏ ਕਿ ਕੀ ਹੋ ਰਿਹਾ। ਇੱਕ ਪਾਸੇ ਇਹ ਸ਼ਹਿਰ ਜਿਹੜਾ ਹੈ ਇੱਕ ਦਫਾ ਪੂਰੇ ਜ਼ੋਰ ਦੇ ਨਾਲ ਪੀਪਲਸ ਪਾਰਟੀ ਨੂੰ, ਜ਼ੁਲਫਕਾਰ ਅਲੀ ਭੁੱਟੋ ਨੂੰ ਵੋਟ ਦੇ ਕੇ ਔਰ ਅਹਿਮਦ ਰਜ਼ਾਕ ਖਾਨ ਕਸੂਰੀ ਜਿਹੜਾ ਹੈ ਉਹ ਇੱਥੇ MPA MNA ਬਣਦਾ ਪਿਆ ਹੈਗਾ। ਇਹ ਪੀਪਲਸ ਪਾਰਟੀ ਦਾ ਦੌਰ ਹੈ ਜਦੋਂ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਆਏ ਨੇ। ਫਿਰ ਇੱਕ ਉਹ ਦੌਰ ਆਇਆ, ਇੱਕ ਲੰਮਾ ਦੌਰ ਹੈ ਜਦੋਂ ਨੂਨ ਲੀਗ ਤੋਂ ਇਲਾਵਾ ਇੱਥੇ ਕਿਸੇ ਦੀ ਹੁਕਮਰਾਨੀ ਨਹੀਂ ਰਹੀ, ਸਿਰਫ ਮੁਸਲਿਮ ਲੀਗ ਰਹੀ ਹੈ। ਜ਼ਿਆਉਲ ਹਕ ਤੋਂ ਲੈ ਕੇ ਤੇ ਹੁਣ ਤੱਕ ਸਾਰੀ ਮੁਸਲਿਮ ਲੀਗ ਚੱਲਦੀ। ਦਰਮਿਆਨ ਦੇ ਵਿੱਚ ਸਿਰਫ ਇੱਕ ਦਫਾ ਛੋਟਾ ਜਿਹਾ ਝਟਕਾ ਲੱਗਾ ਕਿ ਚੌਧਰੀ ਮਨਜ਼ੂਰ ਜਿਹੜਾ ਹੈ ਪੀਪਲਸ ਪਾਰਟੀ ਦਾ, ਉਹ 5 ਸਾਲ ਵਾਸਤੇ ਮੁੰਤਖਬ ਹੋ ਕੇ ਉੱਥੇ ਅਸੈਂਬਲੀ 'ਚ ਪਹੁੰਚੇ। ਬਾਕੀ ਸਾਰੇ ਉਹੀ। ਅੱਛਾ, ਇੱਕ ਹੋਰ ਚੀਜ਼ ਵੀ ਹੈ ਤੇ ਉਹ ਹੈ ਕਿ ਇਹ ਜਿਹੜਾ ਇਨਸਾਰੀ ਗਰੁੱਪ ਹੈਗਾ ਹੈ, ਇਨਸਾਰੀ ਜਾਂ ਤਾਂ ਇਹ ਅਹਿਲ ਹਦੀਸ ਨੇ ਅਗਰ ਮਜ਼ਹਬੀ ਤੌਰ 'ਤੇ ਦੇਖੀਏ ਤੇ, ਦੂਸਰੇ ਪਾਸੇ ਇਹ ਜਿਹੜੇ ਨੇ ਇਹ ਅਹਿਲ ਸੁन्नत ਦੇ, ਜ਼ਿਆਦਾਤਰ ਅਹਿਲ ਸੁन्नत ਨੇ। ਔਰ ਅਹਿਲ ਸੁन्नत ਹੁੰਦਿਆਂ ਹੋਇਆਂ ਇਹਨਾਂ 'ਚੋਂ ਅਕਸਰੀਅਤ ਮਰੀਦ ਨੇ ਸ਼ਰਕਪੁਰ ਤੇ ਪੀਰਾਂ ਦੇ। ਮੀਆਂ ਜਮੀਲ ਅਹਿਮਦ ਸਾਹਿਬ ਇਸ ਸੀਟ ਤੋਂ ਇਲੈਕਸ਼ਨ ਲੜਦੇ ਰਹੇ, ਮਰੀਦੀ ਜ਼ਰੂਰ ਸੀ ਲੇਕਿਨ ਉਹਨਾਂ ਨੇ ਕਦੇ ਇੰਨਾ ਵੋਟ ਨਹੀਂ ਦਿੱਤਾ ਕਿ ਅਸੈਂਬਲੀ 'ਚ ਪਹੁੰਚ ਸਕਣ। ਸੋ ਇਹ ਇੱਕ ਕਾਫੀ ਸਾਰਾ ਜਿਨ੍ਹਾਂ ਤੋਂ ਯਾਨੀ ਕਿ ਨਜ਼ਰ ਨਹੀਂ ਚੁਰਾਈ ਜਾ ਸਕਦੀ। ਹਾਂ, ਹਕੀਕਤ ਤੋਂ ਨਜ਼ਰ ਨਹੀਂ ਚੁਰਾਈ ਜਾ ਸਕਦੀ, ਰਿਕਾਰਡ ਤੇ ਮੌਜੂਦ ਨੇ ਚੀਜ਼ਾਂ ਔਰ ਇਹ ਸਾਰਾ ਕੁਝ ਹੈ। ਔਰ ਆਵਾਮ ਹਮੇਸ਼ਾ ਆਪਣੇ ਹੱਕ ਵਾਸਤੇ ਲੜਦੀ ਰਹੀ ਹੈ, ਗੱਲ ਕਰਦੀ ਰਹੀ ਹੈ। ਥੋੜ੍ਹੇ ਸਨ, ਜ਼ਿਆਦਾ ਸਨ। ਹੁਣ ਜਿਹੜਾ ਜ਼ਿਆਦਾ ਹੋਇਆ ਹੈ ਉਹ ਸਿਰਫ ਇਸ ਵਾਸਤੇ ਹੋਇਆ ਹੈ ਕਿ ਉਹ ਜਿਹੜੇ 12 ਖਾਨਦਾਨ ਜਿਹੜੇ ਡੈਮੇਜ ਹੋਏ ਔਰ ਫਿਰ 250 ਉਹ ਬੱਚੇ ਜਿਨ੍ਹਾਂ ਦਾ ਪਹਿਲੇ ਸਕੈਂਡਲ ਆਇਆ, ਉਹ ਸਭ ਲੋਕ ਇਕੱਠੇ ਹੋ ਗਏ
ਤੇ ਜਦੋਂ ਲੋਕ ਇਕੱਠੇ ਹੋ ਜਾਣ ਤੇ ਫਿਰ ਕੋਈ ਹੁਕੂਮਤ, ਕੋਈ ਸਰਕਾਰ, ਕੋਈ ਜਿਹੜਾ ਹੈ ਉਹਨੂੰ ਬੰਦਾ ਰੋਕ ਨਹੀਂ ਸਕਦਾ, ਕਿਉਂਕਿ ਫਿਰ ਉਹ ਤੇ ਆਵਾਮ ਦੀ ਗੱਲ ਹੈ ਔਰ ਆਵਾਮ ਜਿਹੜੀ ਆਪਣੀ ਤਾਕਤ ਵਿਖਾਉਂਦੀ ਜਦੋਂ, ਉਦੋਂ ਆਪਣੇ ਫੈਸਲੇ ਉਹ ਆਪ ਕਰ ਲੈਂਦੀ ਹੈ। ਉਹਨਾਂ ਨੇ ਕਰਕੇ ਵਿਖਾ ਦਿੱਤਾ ਹੈ। ਅੱਛਾ, ਤੁਸੀਂ ਇਹ ਤੇ ਹੋ ਗਿਆ ਚੀਜ਼ਾਂ ਸਾਰਾ ਪਿਛੋਕੜ ਜੋ ਵੀ ਤੁਸੀਂ ਬਿਆਨ ਕੀਤਾ, ਕਸੂਰ ਦੀ ਤਾਰੀਖ, ਕਿਸ ਤਰ੍ਹਾਂ ਵਾਕਿਆਤ ਹੁੰਦੇ ਰਹੇ ਜਾਂ ਕੀ, ਤੇ ਅੱਛਾ ਇਹਦਾ ਉਪਾਅ ਕੀ ਹੈ? ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਨਾ ਉਹ ਇਸ ਚੀਜ਼ ਤੋਂ ਦੂਰ ਕੀਤਾ ਜਾ ਸਕਦਾ ਹੈ? ਉਹਦੇ ਲਈ ਤਾਲੀਮ ਜ਼ਾਹਰੀ ਗੱਲ ਹੈ ਇੱਕ ਵੱਡਾ ਇੱਕ ਇਸ਼ਤਿਹਾਰ ਹੈਗਾ, ਉਹਦੇ ਨਾਲ ਨਾਲ ਕੁਝ ਚੀਜ਼ਾਂ ਹੋਰ ਅਮਲੀ ਇਕਦਾਮਾਤ ਕੀ ਹੋਣੇ ਚਾਹੀਦੇ ਨੇ? ਦੇਖੋ ਜੀ, ਸਾਡੇ ਇੱਥੇ ਜਿਹੜਾ ਪੂਰੇ ਮੁਲਕ ਦੇ ਵਿੱਚ ਤੇ ਨਹੀਂ ਮੈਂ ਕਹਿ ਸਕਦਾ, ਲੇਕਿਨ ਇਹ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਦੁਖਾਂਤ ਹੈ, ਇੱਕ ਬਹੁਤ ਵੱਡੀ ਤਕਲੀਫ ਤੇ ਅਮਲ ਹੈਗਾ ਕਿ ਉਹ ਸੂਫੀਆ ਜਿਨ੍ਹਾਂ ਨੇ ਇਸ ਕੌਮ ਦੇ ਨਬਜ਼ ਦੇ ਉੱਤੇ ਹੱਥ ਰੱਖਿਆ, ਜਿਹੜੇ ਪੰਜਾਬ ਦੇ ਵਿੱਚ ਦਰਿਆਵਾਂ ਦੇ ਪਾਣੀਆਂ ਦੇ ਅੰਦਰ ਸਰਾਤ ਕਰਦੇ ਨੇ, ਟੁਰਦੇ ਨੇ, ਉਹਨਾਂ ਦੀ ਆਵਾਜ਼ ਆਵਾਮ ਤੱਕ ਪਹੁੰਚਦੀ ਹੈ, ਆਵਾਮ ਉਹਨਾਂ ਦੀ ਆਵਾਜ਼ ਸੁਣਦੇ ਨੇ, ਸਮਝਦੇ ਨੇ, ਉਹਨਾਂ ਦੀ ਜ਼ਬਾਨ ਨੂੰ ਤਾਲੀਮ ਨੇ ਦੇ ਵਿੱਚੋਂ ਬਾਹਰ ਕੱਢਿਆ ਔਰ ਨਾਲ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ। ਸੂਫੀਆ ਦੇ ਚੈਪਟਰ ਹੀ ਬੰਦ ਕਰ ਦਿੱਤੇ। ਅਗਰ ਅੱਜ ਉੱਥੇ ਬੁੱਲੇ ਸ਼ਾਹ ਪੜ੍ਹਾਇਆ ਜਾਂਦਾ, ਵਾਰਿਸ ਸ਼ਾਹ ਪੜ੍ਹਾਇਆ ਜਾ ਰਿਹਾ ਹੁੰਦਾ, ਜਾਂ ਅੱਜ ਉੱਥੇ ਜਿਹੜਾ ਸੀ ਉਹ ਸਾਡਾ ਜਿਹੜਾ ਇੱਕ ਸਦੀਆਂ ਦਾ ਸਫ਼ਰ ਹੈ, ਮਸਲ 1000 ਸਾਲ ਦੀ ਤਾਰੀਖ ਤੇ ਸਾਡੇ ਕੋਲ ਮੌਜੂਦ ਹੈ ਨਾ ਸਾਡੀ ਜ਼ਬਾਨ ਦੀ। ਬਾਬਾ ਫਰੀਦ ਤੋਂ ਸ਼ੁਰੂ ਹੋ ਕੇ 1000 ਸਾਲ ਦਾ ਜਿਹੜਾ ਸਾਡਾ ਲਿਟਰੇਚਰ ਹੈ, ਜਿਹੜਾ ਅਸੀਂ ਜ਼ਮੀਨ ਦੇ ਵਿੱਚੋਂ ਪੈਦਾ ਕੀਤਾ ਹੈ, ਉਹ ਅਗਰ ਪੜ੍ਹਾਇਆ ਜਾਂਦਾ ਜਾਂ ਉਹਦੇ ਨਾਲ ਜੋੜਿਆ ਜਾਂਦਾ ਤਾਂ ਸ਼ਾਇਦ ਇਹੋ ਜਿਹੇ ਮਸਾਇਲ ਪੈਦਾ ਨਾ ਹੁੰਦੇ। ਇਹ ਆਪਣੀ ਜ਼ਬਾਨ, ਜ਼ਮੀਨ, ਤਾਰੀਖ ਉਹਦੇ ਨਾਲ ਟੁੱਟਣ ਦਾ ਨਤੀਜਾ ਹੈ ਕਿ ਅੱਜ ਅਸੀਂ ਇੱਥੇ ਖਲੋਤੇ ਹਾਂ ਔਰ ਅਸੀਂ ਸ਼ਰਮਿੰਦਾ ਹੋ ਰਹੇ ਹਾਂ ਪੂਰੀ ਦੁਨੀਆ ਕੋਲੋਂ ਕਿ ਅਸੀਂ ਕੀ ਗਏ। ਸੋ ਇਸ ਵਾਸਤੇ ਇਹਦਾ ਉਪਾਅ ਇਹੋ ਹੀ ਹੈ ਕਿ ਜਨਾਬ ਤੁਸੀਂ ਲੋਕਾਂ ਨੂੰ ਉਹਨਾਂ ਦੀ ਜ਼ਬਾਨ ਦਿਓ, ਤੁਸੀਂ ਲੋਕਾਂ ਨੂੰ ਉਹਨਾਂ ਦੇ ਸੂਫੀਆ ਦਿਓ, ਤੁਸੀਂ ਲੋਕਾਂ ਨੂੰ ਉਹਨਾਂ ਦੀ ਜ਼ਮੀਨ 'ਚ ਪੈਦਾ ਹੋਣ ਵਾਲੇ ਜਿਹੜੇ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਮੀਨ ਦੀਆਂ ਵਿੱਚ ਜਾਣ ਦੀ ਇਜਾਜ਼ਤ ਦਿਓ, ਉਹਨਾਂ ਨੂੰ ਬੋਤਲਾਂ 'ਚ ਬੰਦ ਨਾ ਕਰੋ। ਫੇਰ ਹੀ ਯਾਨੀ ਕਿ ਕੋਈ ਇਹਦਾ ਕੋਈ ਹੱਲ ਹੋ ਸਕਦਾ, ਲੋਕ ਸਮਝ ਸਕਦੇ ਨੇ ਸੂਫੀਆ ਦੇ, ਕਿਉਂਕਿ ਪੈਰੋਕਾਰ ਜਿਹੜੇ ਨੇ ਉਹ ਜਿਹੜੇ ਸੂਫੀਆ ਦੇ ਪੈਰੋਕਾਰ ਬਹੁਤ ਜ਼ਿਆਦਾ ਨੇ। ਖਾਸ ਕਰ ਕਸੂਰ ਦੀ ਵੀ ਗੱਲ ਕਰੀਏ, ਬੁੱਲੇ ਸ਼ਾਹ ਉੱਥੇ ਵੱਡੀ ਹਸਤੀ ਹੈ, ਉਹਨਾਂ ਦੇ ਮੰਨਣ ਵਾਲੇ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ, ਲੇਕਿਨ ਉਹਨਾਂ ਦਾ ਉਹੀ ਗੱਲ ਹੈ ਕਿ ਉਹਨਾਂ ਦਾ ਕਲਾਮ ਜਿਹੜਾ ਨਾ ਉਹ ਉਸ ਤਰ੍ਹਾਂ ਪੜ੍ਹਾਇਆ ਨਹੀਂ ਜਾਂਦਾ। ਕੁਝ ਕਾਫੀਆਂ ਤੇ ਲੋਕ ਜਿਹੜੇ ਗਾ ਕੇ ਯਾਦ ਕਰ ਲੈਂਦੇ ਨੇ, ਲੇਕਿਨ ਅਮਲੀ ਤੌਰ ਤੇ ਅਗਰ ਸਕੂਲਾਂ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਉਸ ਤਰ੍ਹਾਂ ਨਹੀਂ ਪੜ੍ਹਾਇਆ ਜਾਂਦਾ। ਕੋਈ ਮਰਜ਼ੀ ਦੇ ਨਾਲ ਪੜ੍ਹਨਾ ਚਾਹਵੇ ਤੇ ਪੜ੍ਹ ਸਕਦਾ ਹੈ। ਮੈਂ ਕੱਲ੍ਹ ਹੀ ਮੈਂ ਦੇਖਿਆ ਸੀ ਟੀਵੀ, ਬਲਕਿ ਅੱਜ ਸੁਬਾਹ ਮੈਂ ਦੇਖਿਆ ਸੀ ਟੀਵੀ ਦੇ ਉੱਤੇ ਇੱਕ ਬੰਦਾ ਇੰਟਰਵਿਊ ਦੇ ਰਿਹਾ ਸੀ ਜਿਹਦੀ ਬੇਟੀ ਦੇ ਨਾਲ ਕੁਝ ਹੋਇਆ, ਦੂਸਰੀ ਬੇਟੀ ਸੀ ਜਿਹੜੀ ਕਿ ਬਚ ਗਈ ਹੈ, ਕੁੜੀ ਜਾਨੋਂ ਬਚ ਕੇ ਹਸਪਤਾਲ 'ਚ ਪਈ ਹੈ। ਉਹ ਹੁਣ ਗੁਫ਼ਤਗੂ ਕਰ ਰਿਹਾ ਤਾਂ ਉਹ ਕਹਿੰਦੇ ਜੀ ਤੁਹਾਨੂੰ ਇਹ ਬੱਚੀ ਜਿਹੜੀ ਹੈ ਬਾਅਦ ਵਿੱਚ ਕਿੱਥੋਂ ਮਿਲੀ? ਤਾਂ ਕਹਿੰਦੇ ਜੀ ਰੂੜੀ ਤੋਂ ਮਿਲੀ। ਹੁਣ ਰੂੜੀ ਇੱਕ ਆਪਣਾ ਪੂਰਾ ਜਿਹੜਾ ਹੈ ਉਹ ਤਾਰੀਖੀ ਪਸ ਮੰਜ਼ਰ ਰੱਖਦੀ ਹੈ। ਉਹਨੇ ਕਿਹਾ ਜੀ ਰੂੜੀ ਤੋਂ ਮਿਲੀ, ਨਾਲ ਹੀ ਕਹਿੰਦਾ ਥੋੜਾ ਜਿਹਾ ਸੋਚ ਕੇ ਕਹਿੰਦਾ ਹਾਂ ਜੀ ਕਚਰੇ ਦੇ ਢੇਰ ਸੇ। ਕਚਰੇ ਦਾ ਢੇਰ ਔਰ ਰੂੜੀ ਬਹੁਤ ਫਰਕ ਹੈ। ਅੱਛਾ, ਅਗਰ ਦੱਸਣ ਵੇਖਣ ਵਾਲੇ ਨੂੰ ਸਾਡੇ ਤੁਸੀਂ ਇਸ ਫਰਕ ਨੂੰ ਬਿਆਨ ਕਰੋ ਤੇ ਕੀ ਹੈਗਾ ਉਹ ਫਰਕ ਇੱਕ ਕਚਰੇ 'ਚ ਔਰ ਰੂੜੀ ਦੇ ਵਿੱਚ? ਹਾਂ, ਰੂੜੀ ਔਰ ਕਚਰੇ ਦੇ ਵਿੱਚ ਫਰਕ ਹੈ। ਕਚਰਾ ਤੇ ਕੋਈ ਵੀ ਹੋ ਸਕਦਾ ਹੈ ਤੁਸੀਂ, ਲੇਕਿਨ ਰੂੜੀ ਜਿਹੜੀ ਹੁੰਦੀ ਹੈ ਉਹ ਰੂੜੀ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਤੁਸੀਂ 5 ਸਾਲ 10 ਸਾਲ 20 ਸਾਲ ਤੋਂ ਆਪਣੇ ਘਰ ਦਾ ਕੂੜਾ ਕਰਕਟ ਸੁੱਟਦੇ ਹੋ। ਉਹਦੀਆਂ ਪਿੱਛੇ ਉਹਦੀਆਂ ਪੂਰੀਆਂ ਜੜ੍ਹਾਂ ਹੁੰਦੀਆਂ ਨੇ, ਜਿਹੜਾ ਕਿ ਉਹ ਕੂੜਾ ਜਿਹੜਾ ਗਲ ਜਾਂਦਾ ਹੈ ਉਹਨੂੰ ਚੁੱਕ ਕੇ ਲਿਜਾ ਕੇ ਫਿਰ ਤੁਸੀਂ ਖੇਤਾਂ 'ਚ ਪਾਉਂਦੇ ਸੋ, ਔਰ ਖੇਤਾਂ 'ਚ ਪਾ ਕੇ ਫਿਰ ਉਹਦੇ 'ਚ ਪੈਦਾ ਹੋਣ ਵਾਲੀ ਜਿਹੜਾ ਅਨਾਜ ਉਹ ਤੁਸੀਂ ਫਿਰ ਖਾਂਦੇ ਸੋ। ਉਹ ਇੱਕ ਸਰਕਲ ਹੈ ਜਿਹੜਾ ਚੱਲਦਾ ਹੈ, ਰੂੜੀ ਤੋਂ ਚੱਲਦਾ ਹੈ। ਲੇਕਿਨ ਇਹ ਜਿਹੜਾ ਕਚਰਾ ਹੈ ਇਹਦੇ 'ਚ ਤਾਂ ਪਲਾਸਟਿਕ ਵੀ ਹੈ, ਇਹਦੇ 'ਚ ਤਾਂ ਹੋਰ ਬਹੁਤ ਕੁਛ ਆ ਗਿਆ ਹੈ, ਔਰ ਉਹ ਪਲਾਸਟਿਕ ਹੀ ਜਿਹੜਾ ਹੈ ਗੈਰ ਫਿਤਰੀ ਜਿਹੜੀਆਂ ਚੀਜ਼ਾਂ ਨੇ ਉਹੀ ਸਭ ਤੰਗ ਕਰ ਰਹੀਆਂ ਨੇ। ਉਹ ਸਾਡੀ ਰੂੜੀ ਜਿਹੜੀ ਹੈ ਹੁਣ ਉਹ ਕਚਰਾ ਹੋ ਗਈ ਹੈ। ਸੋ ਅਸੀਂ ਸਾਡੇ ਸਮਝਣ ਵਾਲੇ ਜਿਹੜੇ ਨੇ, ਸਾਡੇ ਜਿਹੜੇ ਸਮਝਣ ਵਾਲੇ ਲੋਕ ਨੇ ਜਿਹੜੇ ਸੁਣ ਰਹੇ ਨੇ ਕਿ ਬੰਦਾ ਕੀ ਕਹਿ ਰਿਹਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਚਰਾ ਕੀ ਹੈ ਤੇ ਰੂੜੀ ਕੀ ਹੈ। ਸੋ ਇਸ ਵਾਸਤੇ ਸਾਨੂੰ ਜਿਹੜੇ ਨੇ ਇਹ ਲਫ਼ਜ਼ਾਂ ਦੇ ਵਿੱਚ ਉਲਝਾ ਕੇ ਸਾਨੂੰ ਤਹਿਜ਼ੀਬੀ ਤੌਰ ਤੇ ਤੋੜ ਕੇ ਗੁੰਮਰਾਹ ਕਰਕੇ ਸਾਨੂੰ ਛੋਟਾ ਕਰਕੇ ਤੇ ਸਾਡੇ ਕੋਲੋਂ ਹਰ ਉਹ ਚੀਜ਼ ਖੋਹ ਲਈ ਗਈ ਹੈ ਜਿਹਦੇ ਉੱਤੇ ਅਸੀਂ ਬੇਸ ਕਰਦੇ ਸੀ। ਹੁਣ ਅਸੀਂ ਬੋਤਲ ਦੇ ਵਿੱਚ ਲੱਗੇ ਹੋਏ ਪੌਦੇ ਹੈਗੇ ਆ, ਉਹਨਾਂ ਦੇ ਜੜ੍ਹਾਂ ਨਾ ਕਿਤੇ ਫੈਲ ਸਕਦੀਆਂ ਨੇ, ਨਾ ਉਹਨਾਂ ਨੂੰ ਕੋਈ ਸਾਹ ਮਿਲ ਸਕਦਾ ਹੈ, ਉਹ ਤੇ ਬਸ ਉੱਥੋਂ ਜੋਗੇ ਨੇ। ਤੇ ਇਸ ਵਾਸਤੇ ਇਹਨਾਂ ਨੂੰ ਬੋਤਲ 'ਚੋਂ ਕੱਢ ਕੇ ਜ਼ਮੀਨ 'ਚ ਲਾਓ
ਔਰ ਤਾਂ ਕਿ ਜ਼ਮੀਨ ਵੀ ਫਰਟੀਲਾਈਜ਼ਰ ਹੋ ਸਕੇ, ਪੈਦਾਵਾਰ ਦੇ ਸਕੇ ਤੇ ਇਹ ਸਾਡੀਆਂ ਨਸਲਾਂ ਵੀ ਆਉਣ ਵਾਲੀਆਂ ਸੁਧਰ ਸਕਣ। ਬਹੁਤ ਸ਼ੁਕਰੀਆ ਕੈਸਰ ਸਾਹਿਬ, ਤੁਸੀਂ ਬੜੀ ਤਫਸੀਲ ਦੇ ਨਾਲ ਜਿਹੜਾ ਨਾ ਉਹ ਸਾਡੇ ਵੇਖਣ ਵਾਲੇ ਨੂੰ ਇਸ ਹਵਾਲੇ ਨਾਲ ਕਸੂਰ ਦੇ ਪਸ ਮੰਜ਼ਰ ਦੇ ਹਵਾਲੇ ਨਾਲ ਦੱਸਿਆ। ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ। ਨਾਜ਼ਰੀਨ, ਤੁਸੀਂ ਅੱਜ ਕਸੂਰ ਦੀ ਤਾਰੀਖ ਤੇ ਉਹਦੇ ਵਿੱਚ ਹੋਣ ਵਾਲੇ ਵਾਕਿਆਤ ਦੇ ਹਵਾਲੇ ਨਾਲ ਇਕਬਾਲ ਕੈਸਰ ਸਾਹਿਬ ਦੀ ਤਫਸੀਲੀ ਗੱਲਬਾਤ ਸੁਣੀ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਣਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।